ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੀ ਸਾਧ ਸੰਗਤ ਜੀਓ, ਆਓ ਇੱਕ ਸੰਗਤ ਰੂਪ ਦੇ ਵਿੱਚ ਜੁੜ ਕੇ ਹਰ ਰੋਜ਼ ਦੀ ਤਰ੍ਹਾਂ ਸਤਿਗੁਰਾਂ ਦੀ ਬਾਣੀ ਦੀ ਵਿਚਾਰ ਕਰੀਏ, ਸਤਿਗੁਰਾਂ ਦੇ ਉਪਦੇਸ਼ ਨੂੰ ਸਮਝੀਏ, ਮੰਨੀਏ, ਕਮਾਉਣ ਦੀ ਕੋਸ਼ਿਸ਼ ਕਰੀਏ। ਆਪਾਂ ਵਿਚਾਰ ਰਹੇ ਹਾਂ ਗੌੜੀ ਕੀ ਬਾਰ ਮਹੱਲਾ ਪੰਜਵਾਂ। ਮਹੱਲੇ ਪੰਜਵੇਂ ਦੀ ਗੌੜੀ ਦੀ ਬਾਰ ਦੀ ਆਪਾਂ ਵਿਚਾਰ ਕਰ ਰਹੇ ਹਾਂ। 10 ਪੌੜੀਆਂ ਤੱਕ ਆਪਾਂ ਕੱਲ੍ਹ ਵਿਚਾਰ ਕੀਤੀ ਹੈ। ਜਿੱਥੇ ਆਪਾਂ ਵਿਚਾਰਦੇ ਸੀ, ਤਿੰਨ ਕੀ ਸੋਭਾ ਕਿਆ ਗਣੀ, ਜਿਨ ਹਰ ਹਰ ਲੱਦਾ, ਸਾਦਾ ਸਰਨੀ ਜੋ ਪਵੇ ਸੋ ਛੁੱਟੈ ਬੱਦਾ। ਜਿਨ੍ਹਾਂ ਪਰਮੇਸ਼ਰ ਨੂੰ ਜਾਣ ਲਿਆ, ਲੱਭ ਲਿਆ, ਜਾਂ ਜਿਨ੍ਹਾਂ ਨੂੰ ਪ੍ਰਭੂ ਨੇ ਜਨਾ ਦਿੱਤਾ, ਉਹਨਾਂ ਦੀ ਸੋਭਾ ਗਣੀ ਨਹੀਂ ਜਾ ਸਕਦੀ, ਕਹੀ ਨਹੀਂ ਜਾ ਸਕਦੀ। ਜੋ ਉਹਨਾਂ ਦੀ ਸ਼ਰਨ 'ਚ ਆਏਗਾ ਉਹ ਬੰਧਨਾਂ 'ਚੋਂ ਛੁੱਟ ਜਾਏਗਾ। ਜੋ ਇਹ ਮਾਇਆ ਦੇ ਬੰਧਨ ਨੇ, ਜਨਮ ਮਰਨ ਦੇ ਬੰਧਨ ਨੇ। ਗੁਣ ਗਾਵੇ ਅਬਿਨਾਸੀ ਹੈ, ਜੋਨ ਗਰਭ ਨਾ ਦੱਦਾ। ਗੁਣ ਉਸ ਅਬਿਨਾਸੀ ਪਰਮੇਸ਼ਰ ਦੇ ਉਹ ਗਾਉਂਦੇ ਨੇ ਜੀਵ, ਜਿਨ੍ਹਾਂ ਉਸ ਨੂੰ ਲੱਭ ਲਿਆ, ਕਿਉਂਕਿ ਆਪ ਗਾਉਂਦਾ ਹੈ। ਜਿਹੜੇ ਸੁਣਦੇ ਵੀ ਨੇ ਉਹ ਵੀ ਫਿਰ ਗਰਭ ਦੇ ਵਿੱਚ ਨਹੀਂ ਜਾਂਦੇ। ਜੇ ਇੱਕ ਗਾਉਂਦਾ, ਦੂਜੇ ਸੁਣਦੇ ਨੇ, ਕੋ ਗਾਵੇ ਕੋ ਸੁਣੇ, ਕੋਈ ਕਰੇ ਵਿਚਾਰ। ਕੋਈ ਗਾਉਂਦਾ ਹੈ, ਕੋਈ ਸੁਣਦਾ ਹੈ, ਕੋਈ ਵਿਚਾਰ ਕਰਦਾ ਹੈ। ਸਾਰਿਆਂ ਦਾ ਉਧਾਰ ਹੁੰਦਾ ਹੈ। ਗੁਰ ਭੇਟਿਆ ਪਾਰ ਬ੍ਰਹਮ, ਹਰ ਪੜ ਬੁਝ ਸੰਦਾ। ਗੁਰ ਹੈ, ਗੁਰ ਸਾਨੂੰ ਪਾਰ ਬ੍ਰਹਮ ਦੇ ਨਾਲ ਮਿਲਾ ਦਿੰਦਾ ਹੈ। ਜਦੋਂ ਪਾਰ ਬ੍ਰਹਮ ਦੇ ਨਾਲ ਮਿਲਾਪ ਹੋ ਜਾਂਦਾ ਹੈ ਤੇ ਅਸੀਂ ਵੇਦਾਂ ਸ਼ਾਸਤਰਾਂ ਨੂੰ ਪੜ੍ਹ ਸਕਦੇ ਹਾਂ, ਸਮਝ ਸਕਦੇ ਹਾਂ, ਜਿਨ੍ਹਾਂ ਦੇ ਵਿੱਚ ਫਿਰ ਸਾਨੂੰ ਨਾਮ ਦਾ ਗਿਆਨ ਦਿੱਤਾ ਹੈ, ਪ੍ਰਭੂ ਦਾ ਗਿਆਨ ਦਿੱਤਾ ਹੈ। ਕਿਉਂਕਿ ਜਦ ਤੱਕ ਗੁਰ ਦਾ ਗਿਆਨ ਨਹੀਂ ਲੈਂਦੇ, ਵੇਦ ਸ਼ਾਸਤਰ ਸਾਨੂੰ ਸਮਝ ਨਹੀਂ ਆਉਂਦੇ, ਗੁਰਬਾਣੀ ਸਾਨੂੰ ਸਮਝ ਨਹੀਂ ਆਉਂਦੀ। ਨਾਨਕ ਪਾਇਆ ਸੋ ਧਨੀ, ਹਰ ਆਗਮ ਆਗਾਦਾ। ਸਤਿਗੁਰੂ ਸਮਝਾਉਂਦੇ ਨੇ ਕਿ ਉਸ ਧਨੀ, ਉਸ ਪਰਮੇਸ਼ਰ ਜੋ ਅਗਮ ਆਗਾਦ ਹੈ, ਉਸ ਨੂੰ ਪਾ ਲਿਆ, ਜਿਸ ਦਾ ਫਿਰ ਕੋਈ ਅੰਤ ਨਹੀਂ ਹੈ। ਉਸ ਨੂੰ ਲੱਭ ਲਿਆ ਹੈ, ਪਾ ਲਿਆ ਹੈ, ਤੇ ਫਿਰ ਉਸ ਪ੍ਰਭੂ ਦੀ ਸਿਫਤ ਸਲਾਹ ਕਰਦੇ ਨੇ। ਇਹ ਤੱਕ ਆਪਾਂ ਕੱਲ੍ਹ ਵਿਚਾਰ ਕੀਤੀ ਸੀ। ਅੱਗੇ ਸ਼ੁਰੂ ਕਰਦੇ ਹਾਂ। ਸ਼ਲੋਕ ਮਹੱਲਾ ਪੰਜਵਾਂ। ਮਹੱਲੇ ਪੰਜਵੇਂ ਦਾ ਸ਼ਲੋਕ ਹੈ। ਕਾਮ ਨ ਕਰਹੀ ਆਪਣਾ, ਫਿਰੇ ਆਵਤਾ ਲੋਏ। ਹੁਣ ਮਨ ਹੈ, ਸੰਸਾਰ ਦੇ ਵਿੱਚ ਆ ਗਿਆ ਤੇ ਸੰਸਾਰ ਤੱਕ ਸੀਮਤ ਰਹਿ ਗਿਆ ਹੈ। ਜਿਸ ਕਾਰਜ ਨੂੰ ਆਇਆ ਉਹ ਕਾਰਜ ਆਪਣਾ ਨਹੀਂ ਕਰਦਾ। ਕਾਰਜ ਕਿਹੜਾ ਸੀ? ਨਾਮ ਨੂੰ ਬੁੱਝਣਾ ਸੀ, ਸੰਗਤ ਦੇ ਵਿੱਚ ਜਾਣਾ ਸੀ, ਗੁਰ ਦਾ ਗਿਆਨ ਲੈਣਾ ਸੀ, ਤੇ ਨਾਮ ਨੂੰ ਬੁੱਝਣਾ ਸੀ, ਪ੍ਰਭੂ ਦੇ ਨਾਲ ਮਿਲਾਪ ਕਰਨਾ ਸੀ। ਇਹ ਬਾਰੀ ਮਿਲੀ ਸੀ ਸਾਨੂੰ ਗੋਬਿੰਦ ਨੂੰ ਮਿਲਣ ਦੀ, ਜਿਸ ਨੂੰ ਆਪਾਂ ਪੜ੍ਹਦੇ ਹਾਂ, ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀਏ ਤੇਰੀ ਬਰੀਆ। ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਇਹ ਕਾਰਜ ਨਹੀਂ ਕਰਦਾ ਜੀਵ ਦਾ ਮਨ, ਤੇ ਫਿਰ ਕੀ ਲੋਕਾਂ ਤੇ ਲੋਕ ਦੇ ਵਿੱਚ, ਇਸ ਸੰਸਾਰ ਦੇ ਵਿੱਚ ਫਿਰਦਾ ਹੈ। ਆਪਣੀ ਜੋ ਵੱਤ ਹੈ ਉਸ ਤੋਂ ਖੁੰਝਿਆ ਹੋਇਆ ਹੈ। ਕਿਉਂਕਿ ਵੱਤ ਸੀ ਨਾਮ ਬੀਜਣ ਦੀ ਕਲਯੁਗ ਦੇ ਵਿੱਚ। ਅਬ ਕੱਲੂ ਆਇਓ ਰੇ, ਨਾਮ ਬੋਵੋ ਬੋਵੋ। ਨਾਮ ਬੀਜਣਾ ਸੀ। ਇੱਕ ਕਲਯੁਗ ਹੀ ਰੁੱਤ ਹੈ ਨਾਮ ਦੀ, ਜਿਸ ਦੇ ਵਿੱਚ ਕਿਸੇ ਸਮੇਂ ਆਪਾਂ ਜਦੋਂ ਵੀ ਬੀਜਾਂਗੇ ਉੱਗੇਗਾ, ਕਦੇ ਵੀ। ਪਰ
ਕੀ ਹੈ ਕਿ ਇੱਕ ਹੋਣਾ ਚਾਹੀਦਾ, ਬੀਜ ਦੋ ਨਹੀਂ ਹੋਣੇ ਚਾਹੀਦੇ। ਜੇ ਦੋ ਹਨ, ਦਲਿਆ ਹੋਇਆ ਦਾਣਾ ਨਹੀਂ ਜੰਮਦਾ। ਇੱਦਾਂ ਹੀ ਮੇਰਾ ਸਮਝਾਉਂਦੇ ਨੇ, ਜੇ ਸਾਡਾ ਮਨ ਦੋ ਜੋਤਾਂ ਦੇ ਵਿੱਚ ਹੈ, ਅੱਗੇ ਨਹੀਂ ਪ੍ਰਗਟ ਹੋਏਗਾ। ਜਿਹਨੂੰ ਮੇਰਾ ਸਮਝਾਉਂਦੇ ਨੇ, ਬੀਓ ਬੀ ਪਤ ਲੈ ਗਏ ਅਬ ਕਿਉ ਉਗਵੈ ਦਾਲ, ਜੇ ਕੋ ਹੋਏ ਤਾਂ ਉਗਵੈ ਰੁੱਤੀ ਹੂੰ ਰੁੱਤ ਹੋਏ, ਨਾਨਕ ਪਾਹੇ ਬਾਰਾ ਕੋਰਾ ਰੰਗ ਨਾ ਸੋਏ। ਜੇ ਕੋ ਹੋਏਗਾ, ਕੋਈ ਵੀ ਰੁੱਤ ਹੋਵੇ, ਹਰ ਰੁੱਤ ਦੇ ਵਿੱਚ ਹੁੰਦਾ ਹੈ। ਨਾਨਕ ਨਾਏ ਵਿਸਾਰਿਆਂ ਸੁਖ ਕਨੇਹਾ ਹੋਏ। ਇਸ ਕਰਕੇ ਨਾਮ ਵਿਸਾਰਿਆਂ ਕਦੇ ਸੁਖ ਪ੍ਰਾਪਤ ਨਹੀਂ ਹੋਏਗਾ, ਕਿਉਂਕਿ ਸੁਖ ਤਾਂ ਨਾਮ ਦੇ ਵਿੱਚ ਹੈ। ਹਰੀ ਦੇ ਨਾਮ ਤੋਂ ਬਿਨਾਂ ਸੁਖ ਨਹੀਂ ਹੈ, ਦੁੱਖ ਹੀ ਦੁੱਖ ਨੇ। ਹਰ ਕੇ ਨਾਮ ਬਿਨਾਂ ਦੁੱਖ ਪਾਵੈ, ਭਗਤ ਬਿਨਾਂ ਸਹਿਸੈ ਨਾ ਚੁਕੈ, ਗੁਰ ਇਹ ਭੇਦ ਬਤਾਵੈ। ਮਤਲਬ ਕਹਿੰਦੇ ਗੁਰ ਦਾ ਭੇਦ, ਗੁਰ ਦਿੰਦਾ ਹੈ ਭੇਦ, ਜਿਹਦੇ ਦੁਆਰਾ ਆਪਾਂ ਭਗਤੀ ਕਰਨੀ ਹੈ। ਫਿਰ ਮਨ ਦਾ ਭਰਮ ਖਤਮ ਹੋਣਾ ਹੈ, ਫਿਰ ਸੁਖ ਪ੍ਰਾਪਤ ਹੋਣਾ ਹੈ। ਕਹਾਂ ਪਇਓ ਤੀਰਥ ਵਰਤ ਕੀਏ, ਰਾਮ ਸਰ ਨਹੀਂ ਆਵੈ, ਜੋਗ ਜਗ ਨੇਫਲ ਤੇ ਮਾਨੋ, ਜੋ ਪ੍ਰਭ ਜਸ ਬਿਸਰਾਵੈ। ਜੋਗ ਜਗ ਸਾਰਾ ਨੇਫਲ ਹੈ, ਤੀਰਥਾਂ ਤੇ ਜਾਣਾ ਸਾਰਾ ਕੁਛ ਵਿਅਰਥ ਹੈ ਜੇ ਅਸੀਂ ਪ੍ਰਭੂ ਨੂੰ ਨਹੀਂ ਜਾਣਿਆ। ਮਾਨ ਮੋਹ ਦੋਨੋਂ ਕੋ ਪਰ ਹਰ ਗੋਬਿੰਦ ਕੇ ਗੁਣ ਗਾਵੈ, ਕਹੋ ਨਾਨਕੇ ਬਿਦ ਕੋ ਪ੍ਰਾਣੀ ਜੀਵਨ ਮੁਕਤ ਕਹਾਵੈ। ਇੱਦਾਂ ਫਿਰ ਪ੍ਰਾਣੀ ਜੀਵਨ ਮੁਕਤ ਹੋ ਜਾਂਦਾ ਹੈ। ਇਸ ਕਰਕੇ ਸਮਝਾਉਂਦੇ ਨੇ ਸਤਿਗੁਰੂ ਜੀ। ਅੱਜ ਆਪਣਾ ਥੋੜ੍ਹਾ ਲਾਈਟ ਨਹੀਂ ਹੈਗੀ, ਇਸ ਕਰਕੇ ਆਪੋ ਚਲਾਈ ਨਹੀਂ। ਜੋ ਅੱਗੇ ਜੋ ਮਸ਼ੀਨ ਅੱਗੇ ਆਪਾਂ ਨੂੰ ਜ਼ਿਆਦਾ ਆਵਾਜ਼ ਕਰਕੇ ਦਿੰਦੀ, ਇਸ ਕਰਕੇ ਥੋੜ੍ਹੀ ਘੱਟ ਆਉਂਦੀ ਹੈ। ਕੋਸ਼ਿਸ਼ ਕਰਦੇ ਹਾਂ ਥੋੜ੍ਹਾ ਹੋਰ ਉੱਚੀ ਬੋਲਣ ਦਾ। ਆਓ ਅਗਲਾ ਸ਼ਲੋਕ ਹੈ ਮਹੱਲੇ ਪੰਜਵੇਂ ਦਾ। ਬਿਖੈ ਕੌੜ ਤਨ ਸਗਲ ਮਾਹੇ, ਜਗਤ ਰਹੀ ਲਪਟਾਏ। ਤ੍ਰੈ ਗੁਣ ਜਿਹੜੀ ਮਾਇਆ ਹੈ, ਬਿਖ ਹੈ, ਇਹ ਕੌੜੀ ਹੈ। ਜਗਤ ਦੇ ਵਿੱਚ, ਜਗਤ ਇਸ ਵਿੱਚ ਲਪਟਿਆ ਹੋਇਆ ਹੈ, ਕਿਉਂਕਿ ਜਗਤ ਨੂੰ ਇਹ ਮਿੱਠੀ ਲੱਗਦੀ ਹੈ ਜਿਹੜੀ ਤ੍ਰੈ ਗੁਣ ਮਾਇਆ ਹੈ। ਕਿਉਂਕਿ ਸਾਖਤ ਲੋਕਾਂ ਦੇ ਬਾਰੇ ਮਹਾਰਾਜ ਦੱਸਦੇ ਨੇ ਕਿ ਅੰਮ੍ਰਿਤ ਕੌੜਾ ਬਿਖਿਆ ਮਿੱਠੀ, ਸਾਕਤ ਕੀ ਬਿਦ ਨੈਣੋ ਡੀਠੀ। ਕਿ ਅੰਮ੍ਰਿਤ ਕੌੜਾ ਲੱਗਦਾ ਸੰਸਾਰ ਨੂੰ ਤੇ ਵਿਖਿਆ ਮਿੱਠੀ। ਵਿਖਿਆ ਕੀ ਹੈ? ਤ੍ਰੈ ਗੁਣ ਮਾਇਆ। ਮਨ ਦੇ ਵਾਸਤੇ ਇਹ ਵਿਖਿਆ ਹੈ, ਜਦ ਤੱਕ ਅਸੀਂ ਉਸ ਪ੍ਰਭੂ ਨੂੰ ਨਹੀਂ ਜਾਣ ਲੈਂਦੇ। ਜਦੋਂ ਪ੍ਰਭੂ ਦੇ ਨਾਲ ਮਿਲਾਪ ਹੋ ਗਿਆ, ਪ੍ਰਭੂ ਨੂੰ ਜਾਣ ਲਿਆ, ਨਾਮ ਨੂੰ ਬੁੱਝ ਲਿਆ, ਫਿਰ ਇਹ ਬਿਖ ਵੀ ਅੰਮ੍ਰਿਤ ਬਣ ਜਾਂਦਾ ਹੈ। ਇਸ ਕਰਕੇ ਸਮਝਾਉਂਦੇ ਨੇ, ਬਿਖੈ ਕੌੜ ਤਨ ਸਗਲ ਮਾਹੇ, ਸਾਰਿਆਂ ਵਿੱਚ ਹੀ ਹੈ। ਜਗਤ ਰਹੀ ਲਪਟਾਏ, ਸਾਰੇ ਜਗਤ ਨੂੰ ਲਪਟਾਈ ਹੋਈ ਹੈ। ਉਹਨਾਂ ਨੂੰ ਨਹੀਂ ਪਤਾ ਵੀ ਇਹ ਕੌੜਤਾ ਹੈ, ਉਹ ਮਿੱਠੀ ਕਰਕੇ ਮੰਨਦੇ ਨੇ। ਲੇਕਿਨ ਜਿਹੜੇ ਪ੍ਰਭੂ ਦੇ ਨਾਮ ਨੂੰ ਬੁੱਝ ਲੈਂਦੇ ਨੇ, ਉਹ ਫਿਰ ਦੱਸਦੇ ਨੇ ਕਿ ਨਾਮ ਹੀ ਮਿੱਠਾ ਹੈ। ਨਾਨਕ ਜਨ ਵਿਚਾਰਿਆ, ਮਿੱਠਾ ਹਰ ਕਾ ਨਾਮ। ਜਨ ਵਿਚਾਰਦੇ ਨੇ, ਹਰੀ ਦੇ ਜਨ ਜਿਹੜੇ, ਉਹ ਕਿਸ ਦੀ ਵਿਚਾਰ ਕਰਦੇ ਨੇ? ਨਾਮ ਦੀ, ਜੋ ਕਿ ਮਿੱਠਾ ਹੈ। ਇਹ ਵਿਖਿਆ ਕੌੜੀ ਹੈ, ਲੇਕਿਨ ਸੰਸਾਰ ਨੂੰ ਇਹ ਨਾਮ ਕੌੜਾ ਲੱਗਦਾ ਹੈ ਤੇ ਇਸ ਤ੍ਰੈ ਗੁਣ ਮਾਇਆ ਮਿੱਠੀ ਲੱਗਦੀ ਹੈ। ਆਓ ਅੱਗੇ ਪੌੜੀ ਹੈ। ਇਹ ਨਿਸ਼ਾਨੀ ਸਾਧ ਕੀ, ਜਿਸ ਭੇਟਤ ਤਰੀ ਲੱਗ। ਇਹ ਨਿਸ਼ਾਨੀ ਹੈ ਸਾਧ ਦੀ, ਕਿਉਂਕਿ ਸਾਧ ਕੋਈ ਪਹਿਰਾਵੇ ਦੇ ਨਾਲ ਨਹੀਂ ਹੈ, ਸਾਧ ਕੋਈ ਸਰੀਰ ਨਹੀਂ ਹੁੰਦਾ। ਇੱਕ ਮਨ ਦੀ ਅਵਸਥਾ ਹੈ, ਜਦੋਂ ਪ੍ਰਭੂ ਪ੍ਰਗਟ ਹੋ ਕੇ ਆਪਣਾ ਗਿਆਨ ਕਰਵਾਉਂਦਾ ਹੈ, ਆਪਣੀ ਸੋਝੀ ਦਿੰਦਾ ਹੈ, ਫਿਰ ਜਾ ਕੇ ਉਹ ਅਵਸਥਾ ਇੱਕ ਬਣਦੀ ਹੈ ਜਿਸ ਨੂੰ ਸਾਧੂ ਕਹਿ ਦਿੰਦੇ ਹਾਂ। ਸੋ ਉਸ ਅਵਸਥਾ ਦੇ ਵਿੱਚ ਫਿਰ ਸਾਨੂੰ ਸਮਝਾਉਂਦੇ ਨੇ ਕਿ ਜੇ ਅਸੀਂ ਕਿਸੇ ਜੀਵ ਦੇ ਕੋਲ ਜਾਂਦੇ ਹਾਂ
ਗਿਆਨ ਲੈ ਕੇ ਸਾਡਾ ਮਨ ਭਵ ਸਾਗਰ ਨੂੰ ਪਾਰ ਕਰ ਜਾਂਦਾ ਹੈ। ਫਿਰ ਅਸੀਂ ਸਮਝ ਸਕਦੇ ਹਾਂ ਕਿ ਅਸੀਂ ਕਿਸੇ ਸਾਧੂ ਜਨ ਦਾ ਸੰਗ ਕੀਤਾ ਹੈ, ਕਿਉਂਕਿ ਸਾਧੂ ਜਨ ਸਾਨੂੰ ਗੁਰ ਦਾ ਗਿਆਨ ਦੇਣਗੇ, ਜਿਸ ਗਿਆਨ ਦੁਆਰਾ ਸਾਡਾ ਮਨ ਇੱਕ ਦ੍ਰਿਸ਼ਟ ਹੋਏਗਾ, ਨਾਮ ਨੂੰ ਬੁੱਝ ਲਏਗਾ, ਭਵ ਸਾਗਰ ਖਤਮ ਹੋ ਜਾਏਗਾ। ਸੰਸਾਰ ਦੇ ਵਿੱਚ ਹੀ ਨਾਮ ਨੂੰ ਬੁੱਝ ਲਏਗਾ, ਪਰਮੇਸ਼ਰ ਨੂੰ ਬੁੱਝ ਲਏਗਾ। ਫਿਰ ਸਾਨੂੰ ਸਤਿਗੁਰੂ ਸਮਝਾਉਂਦੇ ਨੇ ਵੀ ਇਹ ਨਿਸ਼ਾਨੀ ਹੈ ਸਾਧ ਦੀ। ਜਮ ਕੰਕਰ ਨੇੜ ਨਾ ਆਵਈ, ਫਿਰ ਬਹੁੜ ਨਾ ਮਰੀਐ। ਜੇ ਅਸੀਂ ਬੁੱਝ ਲਿਆ, ਭਵ ਸਾਗਰ ਪਾਰ ਕਰ ਲਿਆ, ਫਿਰ ਕੀ ਹੋਏਗਾ? ਜਮ ਸਾਡੇ ਨੇੜੇ ਨਹੀਂ ਆ ਸਕਦੇ ਤੇ ਸਾਨੂੰ ਦੁਬਾਰਾ ਜੰਮਣਾ ਮਰਨਾ ਵੀ ਨਹੀਂ ਪਏਗਾ। ਜਮ ਕੰਕਰ ਨੇੜ ਨਾ ਆਵਈ, ਫਿਰ ਬਹੁੜ ਨਾ ਮਰੀਐ। ਫਿਰ ਮਰਨਾ ਨਹੀਂ, ਮਰਾਂਗੇ ਨਹੀਂ, ਫਿਰ ਜਨਮ ਵੀ ਨਹੀਂ, ਕਿਉਂਕਿ ਜਿੱਥੇ ਜਨਮ ਹੈ ਉੱਥੇ ਮਰਨ ਵੀ ਹੈ। ਇਸ ਕਰਕੇ ਜਿੱਥੇ ਸਾਡੀ ਮੁਕਤੀ ਹੈ, ਅਮਰ ਪਦ ਹੋ ਜਾਂਦਾ, ਉੱਥੇ ਸਾਡਾ ਜੀਵਨ, ਅਸੀਂ ਜੀਵਨ ਮੁਕਤ ਹੋ ਜਾਂਦੇ ਹਾਂ, ਉੱਥੇ ਸਾਡਾ ਜਨਮ ਮਰਨ ਖਤਮ ਹੋ ਜਾਂਦਾ ਹੈ। ਭਵ ਸਾਗਰ ਸੰਸਾਰ ਵਿਖ, ਸੋ ਪਾਰ ਉਤਰੀਐ। ਭਵ ਸਾਗਰ ਕੀ ਹੈ? ਇਹ ਸੰਸਾਰ ਸਾਗਰ, ਜਿਹੜਾ ਤ੍ਰੈ ਗੁਣ ਸੰਸਾਰ ਹੈ। ਤ੍ਰੈ ਗੁਣ ਕੀ ਹੈ? ਵਿਖ। ਜਦ ਤੱਕ ਅਸੀਂ ਵਿਛੜੇ ਹਾਂ ਉਦੋਂ ਤੱਕ। ਜਦੋਂ ਅਸੀਂ ਮਾਲਕ ਨੂੰ ਬੁੱਝ ਲੈਂਦੇ, ਫਿਰ ਸਾਨੂੰ ਪਤਾ ਚੱਲਦਾ ਤ੍ਰੈ ਗੁਣ ਵੀ ਉਸੇ ਦੇ ਨੇ, ਸਾਰਿਆਂ ਵਿੱਚ ਤੂੰ ਹੀ ਵਸਦਾ ਹੈ। ਭਵ ਸਾਗਰ ਸੰਸਾਰ ਵਿਖ, ਸੋ ਪਾਰ ਉਤਰੀਐ। ਉਹ ਪਾਰ ਹੋ ਜਾਂਦੇ ਨੇ ਸਾਧੂ ਜਨਾਂ ਦਾ ਸੰਗ ਕਰਕੇ, ਗੁਰ ਦਾ ਗਿਆਨ ਲੈ ਕੇ। ਕੋਈ ਸਰੀਰ ਦੇ ਸੰਗ ਦੇ ਨਾਲ ਨਹੀਂ, ਗੁਰ ਦਾ ਗਿਆਨ ਨੇਤਰਾਂ ਦੇ ਵਿੱਚ ਪਵਾ ਕੇ, ਮਨ ਦੀ ਜੋਤ ਨੂੰ ਪ੍ਰਗਟ ਕਰਕੇ, ਜੋ ਅਸੀਂ ਭਰਮ ਦੇ ਵਿੱਚ ਪਏ ਹੁੰਦੇ, ਉਹ ਅਸੀਂ ਪ੍ਰਭੂ ਨੂੰ ਨੇੜੇ ਦੇਖ ਲੈਂਦੇ ਹਾਂ। ਜਿਵੇਂ ਆਪਾਂ ਸਤਿਗੁਰੂ ਸਮਝਾਉਂਦੇ ਨੇ ਸੁਖਮਨੀ ਸਾਹਿਬ ਦੇ ਵਿੱਚ, ਜੋ ਮਹਾ ਉਦਿਆਨ ਮੈਂ ਮਾਰਗ ਪਾਵੈ, ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ। ਹਰ ਗੁਣ ਗੰਫੋ ਮਨ ਮਾਲ, ਹਰ ਸਭ ਮਲ ਪਰ ਹਰੀਐ। ਫਿਰ ਹਰੀ ਦੇ ਗੁਣ ਜਦੋਂ ਅਸੀਂ ਉਹਨਾਂ ਨੂੰ ਪ੍ਰਾਪਤ ਕਰ ਲੈਂਦੇ ਹਾਂ, ਤੇ ਫਿਰ ਮਨ ਦਾ ਜਿਹੜਾ ਅਸਲੀ ਖਜ਼ਾਨਾ ਹੈ ਉਹ ਇਸ ਨੂੰ ਪ੍ਰਾਪਤ ਹੋ ਜਾਂਦਾ ਹੈ। ਇਹਦੇ ਨਾਲ ਕੀ ਹੁੰਦਾ ਹੈ ਕਿ ਮਨ ਦੀ ਜਿਹੜੀ ਮੈਲ ਹੈ ਉਹ ਖਤਮ ਹੋ ਜਾਂਦੀ ਹੈ, ਮਨ ਪ੍ਰਕਾਸ਼ ਰੂਪ ਹੋ ਜਾਂਦਾ ਹੈ, ਤੇ ਮਨ ਨਾਮ ਦੇ ਵਿੱਚ ਸਮਾ ਜਾਂਦਾ ਹੈ, ਤੇ ਨਾਮ ਮਨ ਦੇ ਵਿੱਚ ਇੱਕ ਦੂਜੇ ਦੇ ਵਿੱਚ ਸਮਾ ਜਾਂਦੇ, ਜੋਤ ਜੋਤ 'ਚ ਮਿਲ ਜਾਂਦੀ ਹੈ। ਸਾਰੀ ਮੈਲ ਖਤਮ ਹੋ ਜਾਂਦੀ, ਮਨ ਪ੍ਰਕਾਸ਼ ਹੋ ਜਾਂਦਾ ਹੈ। ਨਾਨਕ ਪ੍ਰੀਤਮ ਮਿਲ ਰਹੇ, ਪਾਰ ਬ੍ਰਹਮ ਨਰ ਹਰੀਐ। ਏਦਾਂ ਫਿਰ ਸਤਿਗੁਰੂ ਸਮਝਾਉਂਦੇ ਨੇ ਕਿ ਉਹ ਜਨ ਫਿਰ ਉਸ ਪ੍ਰਭੂ ਨੂੰ, ਪ੍ਰੀਤਮ ਨੂੰ ਮਿਲ ਜਾਂਦੇ ਨੇ, ਜਿਹੜੇ ਜਿਹਨੂੰ ਨਰਹਰ ਵੀ ਕਹਿਤਾ, ਨਾਰਾਇਣ ਵੀ ਕਹਿਤਾ, ਬਹੁਤ ਸਾਰੇ ਪਾਰ ਬ੍ਰਹਮ ਕਹਿ ਦਿੱਤਾ, ਬਹੁਤ ਸਾਰੇ ਨਾਮ ਨੇ। ਫਿਰ ਉਹਨਾਂ ਜੀਵਾਂ ਦਾ ਮਿਲਾਪ ਹੋ ਜਾਂਦਾ ਹੈ, ਜਿਹੜੇ ਸਾਧੂ ਜਨਾਂ ਤੋਂ ਗੁਣ ਲੈ ਕੇ ਆਪਣੇ ਮਨ ਦੇ ਵਿੱਚ ਪਰੋ ਲੈਂਦੇ ਨੇ, ਤੇ ਜਿਹਦੇ ਨਾਲ ਮਨ ਦੀ ਮੈਲ ਜਿਹੜੀ ਹੈ ਉਤਰ ਜਾਂਦੀ ਹੈ। ਫਿਰ ਸੱਚਾ ਧਨ ਪ੍ਰਾਪਤ ਹੁੰਦਾ ਹੈ, ਜੋ ਮਨ ਦਾ ਮਾਲ ਹੈ। ਅੱਗੇ ਫਿਰ ਸ਼ਲੋਕ ਮਹੱਲਾ ਪੰਜਵਾਂ, ਮਹੱਲੇ ਪੰਜਵੇਂ ਦਾ ਸ਼ਲੋਕ ਹੈ। ਨਾਨਕ ਆਏ ਸੇ ਪ੍ਰਵਾਨ ਹੈ, ਜਿਨ ਹਰ ਉਠਾ ਚਿਤ। ਆਏ ਪ੍ਰਵਾਨ ਨੇ ਉਹ ਕੌਣ? ਜਿਨ੍ਹਾਂ ਦੇ ਚਿੱਤ ਦੇ ਵਿੱਚ ਹਰੀ ਵਸ ਗਿਆ ਹੈ, ਜਿਨ੍ਹਾਂ ਦੇ ਮਨ ਦੇ ਵਿੱਚ ਹਰੀ ਦਾ ਵਾਸਾ ਹੋ ਗਿਆ, ਉਹ ਆਏ ਪ੍ਰਵਾਨ ਨੇ। ਗਾਲੀ ਅਲ ਪਲਾਲੀਆਂ, ਕੰਮ ਨ ਆਵੈ ਮਿੱਥ। ਜੇ ਪ੍ਰਭੂ ਮਨ ਦੇ ਵਿੱਚ ਨਹੀਂ ਵਸਿਆ, ਚਿੱਤ ਵਿੱਚ ਨਹੀਂ ਵਸਿਆ, ਤੇ ਅਸੀਂ ਆਲ ਪਲਾਲ ਦੀਆਂ ਗੱਲਾਂ ਕਰਦੇ ਹਾਂ, ਤ੍ਰੈ ਗੁਣੀ ਗੱਲਾਂ ਕਰੀ ਜਾਂਦੇ ਹਾਂ, ਚਾਹੇ ਪ੍ਰਭੂ ਦੀਆਂ ਹੀ ਕਰੀ ਜਾਈਏ, ਪਰ ਜੇ ਚਿੱਤ ਵਿੱਚ ਵਸਿਆ ਨਹੀਂ, ਕਿਉਂਕਿ ਸਾਨੂੰ ਪਤਾ ਹੀ ਨਹੀਂ ਵੀ ਪ੍ਰਭੂ ਕਿਹੋ ਜਿਹਾ ਹੈ। ਇਸ ਕਰਕੇ ਸੰਗਤ ਦੇ ਵਿੱਚ ਵੀ ਜੀਵ ਤ੍ਰੈ ਗੁਣੀ ਗੱਲਾਂ ਕਰਦੇ, ਸੰਸਾਰੀ ਸਰੀਰਕ ਦੀਆਂ ਗੱਲਾਂ ਕਰੀ ਜਾਂਦੇ। ਜੋ ਪ੍ਰਭੂ ਹੈ, ਜੋ ਅਜਨਮਾ ਹੈ, ਜੋ ਪ੍ਰਕਾਸ਼ ਰੂਪ ਹੈ, ਜਿਸ ਦਾ ਕੋਈ ਅੰਗ ਨਹੀਂ ਹੈ, ਚੱਕਰ ਨਹੀਂ ਹੈ, ਚਿੰਨ੍ਹ ਨਹੀਂ ਹੈ, ਵਰਨ ਨਹੀਂ ਹੈ, ਜਾਤ ਨਹੀਂ, ਪਾਤ ਨਹੀਂ ਹੈ, ਜੋ ਅਨੁਭਵ ਪ੍ਰਕਾਸ਼ ਹੈ, ਉਸ ਦੀ ਗੱਲ
नहीं कर सकते, क्योंकि उसकी गल कौन करता है? जिसने उस प्रभु ਨੂੰ, जिस दे चित्त विच प्रभु वस गया है। आप प्रभु अपना ज्ञान करवाउंदा है, आप अपनी सिफत सलाह करवाउंदा है। अगे फिर महले पंजवें का शब्द है, पार ब्रह्म प्रभ दृष्टि आया, पूर्ण आगम विस्माद। भी पार ब्रह्म प्रभु जो है वो दृष्टि दर्शन होंदे ने, प्रगट हो जाता है, पूर्ण है, अगम है, विस्माद है, प्रकाश रूप है, विस्माद रूप है। जो प्रभु है वो कोई आकार नहीं है, शरीर नहीं है, वो विस्माद है, प्रकाश है। वो फिर दृष्टि नजर आता है, प्रगट हो जाता है, दर्शन होंदे ने हर थां ते, जल विच, थल विच, मैयल, कोई ऐसी जगह नहीं जिथे वो नहीं है। नानक राम नाम तन कीता, पूरे गुर प्रसाद। जिन्हां ने पूरा गुर लैके, पूरे गुर की कृपा नाल जदों कमाया ये नाम धन प्राप्त किया, तो फिर सारे पासे प्रगट हो जाता है। पर जब तक पूरा गुर नहीं मिलता, पूरे गुर नूं असीं सुन के मन के भाव नहीं करते, सानू नज़र नहीं आता। बेशक सारियां दे सामने ही रहिंदा है, दर्शन नहीं देंदा। दर्शन उदों देंदा है जदों असीं पूरे गुर नूं कमाउंदे हां। पूरे गुर का सुन उपदेश, पार ब्रह्म निकट कर पेख। जदों सुन के असीं देखना शुरू करते हाँ, फिर सानू वो प्रगट होंदा है। अगे पौड़ी है, धो ना चली खसम नाल लब मोह बेगुते। जेड़े जीव लोभ दे लालच दे विच फसे होए ने, वो प्रभु नूं नहीं पा सकते, क्योंकि धो संसार च हो सकता है। संसार दे विच आपां धरो कर सकते हाँ, संसार नूं मूर्ख बना सकते हाँ, संसार दे नाल ठगी मार सकते हाँ, लेकिन प्रभु दे नाल नहीं। उत्थे कुछ ठगी नहीं चलती, उत्थे कूड़ नहीं चलता, उत्थे सच का नवेड़ा है होना है। उत्थे सचो ही सच निबड़ा, चुन वख कढ़ै जज मालिया। उत्थे तो नहीं चलता। करतब करन भलेरिया मद माया सुते। लेकिन वो भुले हुए जीव करतब करते ने, अपने आप नूं दिलाउण दी कोशिश करते हैं कि असीं आ कुछ कर देंदे हाँ, असीं आ कर दिता। खास करके आपां देखांगे, सुनिया होएगा तुसीं कि सानू संगत विच बैठ के सुनाउणगे कि साडे बाबा जी सी पहला, जो हुण नहीं है, पहला सी, कि उन्हां आ करामात कीती, ते उन्हां बहुत वड्डी करामात कीती। लेकिन उन्हां सानू वचन दिता कि जदों तक असीं संसार विच हाँ, तुसीं किसी कोल गल नहीं करनी। जदों संसार सों चले जाते, फिर वो लोग उसकी गल करनी शुरू कर देंगे, क्योंकि हुण किहड़ा किसी ने पुछना है उस तो, भी दोबारा करके दिखाओ। इस तरीके दे नाल वो जीव सानू आप भुले आप ने, क्योंकि प्रभु उन्हां नूं सजा देंदा है। जिन्होंने महाराज समझाउंदे ने, ऐसी कला ना खेडी है जित दरगाह हारी है। भी ऐसी कला नहीं खेडनी जिहदे नाल सानू दरगाह दे विच हार आ जाए। लेकिन वो करते हैं क्योंकि भुले हुए ने, माया दे नशे दे विच सुते पे ने। लोकां नूं भरमाउण वास्ते, लोकां तो माया लैण वास्ते वो सानू ऐसे करतब जनाउंदे ने। कर तां नहीं सकते, लेकिन इस दसदे ने कि साडे बाबा जी ऐ करदे सी। ते जदों वो बाबा उन्हां दा अगला फिर चढ़ाई कर जाता है, फिर उहदे बारे दसन लग जाते भी इस बाबे ने भी आ करामातां कीतियां ने, लेकिन उन्हां सानू हुक्म कीता सी बई दसना नहीं। इस तरीके नाल ऐसे करते ने, पर है माया दे विच सुते। फिर जून भवाईयन जम मार्ग मुते। ऐसे जीव जिहड़े ने, मरदे कहंदे जूनां दे विच बार बार इन्हां नूं भवाउणा पैंदा है, क्योंकि जम मार्ग ते चलते ने। इत्थे
ਠੱਗੇ ਜਾਂਦੇ ਨੇ, ਮਾਇਆ ਜਮਾਂ ਦੇ ਵਸ ਪੈਂਦੇ ਨੇ। ਕਿਉਂਕਿ ਜਿਹੜੇ ਜੀਵ ਪ੍ਰਭੂ ਦੇ ਨਾਲ ਮਿਲਾਪ ਕਰ ਲੈਂਦੇ ਨੇ, ਜਾਂ ਜਿਨ੍ਹਾਂ ਨੂੰ ਪ੍ਰਭੂ ਆਪਣਾ ਬਣਾ ਲੈਂਦਾ ਹੈ, ਜਿਨ੍ਹਾਂ ਨੂੰ ਆਪ ਭਜਨਾ ਦਿੰਦਾ ਹੈ, ਉਹ ਫਿਰ ਸਾਨੂੰ ਕੋਈ ਵੀ ਐਸਾ ਨਹੀਂ ਜੋ ਗਲਤ ਹੈ, ਕਿਸੇ ਨੂੰ ਮੰਦਾ ਨਹੀਂ ਆਖਣਗੇ। ਮੰਦਾ ਮੂਲ ਨਾ ਆਖਿਆ, ਕਿਸੇ ਨੂੰ ਕੋਈ ਗਲਤ ਗਾਈਡ ਨਹੀਂ ਕਰ ਸਕਦੇ, ਕਿਉਂਕਿ ਉਵੇਂ ਦੱਸਦੇ ਨੇ ਜਿਵੇਂ ਪ੍ਰਭੂ ਨੂੰ ਪਾਉਂਦਾ ਹੈ, ਜਿਵੇਂ ਪ੍ਰਭੂ ਬੁਲਾਉਂਦਾ ਉਵੇਂ ਬੋਲਦੇ ਨੇ। ਕੀਤਾ ਪਾਇਨ ਆਪਣਾ ਦੁੱਖ ਛੇਤੀ ਜੁੱਤੇ। ਫਿਰ ਸਮਝਾਉਂਦੇ ਨੇ ਕਿ ਐਸੇ ਜੀਵ ਆਪਣਾ ਹੀ ਕੀਤਾ ਫਿਰ ਪਾਉਂਦੇ ਨੇ, ਇਸ ਕਰਕੇ ਫਿਰ ਇਹਨਾਂ ਨੂੰ ਸਜ਼ਾਵਾਂ ਮਿਲਦੀਆਂ ਨੇ। ਨਾਨਕ ਨਾਇ ਵਿਸਾਰਿਆ ਸਭ ਮੰਦਿਰ ਉੱਤੇ। ਤੇ ਸਤਿਗੁਰੂ ਸਮਝਾਉਂਦੇ ਨੇ ਕਿ ਨਾਮ ਨੂੰ ਵਿਸਾਰਿਆ ਕਦੇ ਵੀ ਸਾਡੇ ਵਾਸਤੇ ਚੰਗਾ ਨਹੀਂ ਹੋ ਸਕਦਾ। ਜਿਵੇਂ ਸੰਸਾਰ ਦੇ ਵਿੱਚ ਚੰਗੀ ਰੁੱਤ ਨਹੀਂ ਆਉਂਦੀ, ਏਦਾਂ ਮਨ ਦੇ ਵਾਸਤੇ ਕਦੇ ਵੀ ਚੰਗੀ ਰੁੱਤ ਨਹੀਂ ਆਉਂਦੀ। ਮਨ ਸੁਖੀ ਨਹੀਂ ਹੋ ਸਕਦਾ, ਕਿਉਂਕਿ 84 ਲੱਖ ਜੂਨ ਦਾ ਗੇੜ ਜਿਹੜਾ ਹੈ ਬਹੁਤ ਲੰਮਾ ਗੇੜ ਹੈ। ਕਰੋੜਾਂ ਦਿਵਸ ਬੀਤ ਜਾਂਦੇ ਨੇ, ਯੁੱਗ ਬੀਤ ਜਾਂਦੇ ਨੇ। ਪ੍ਰਕਾਸ਼ ਦੇ ਵਾਸਤੇ, ਥੋੜਾ ਜਿਹਾ ਆਨੰਦ ਲੈਣ ਦੇ ਵਾਸਤੇ, ਥੋੜੇ ਜਿਹੇ ਸੁਖ ਮਾਣਨ ਦੇ ਵਾਸਤੇ। ਨਿਮਕ ਸਵਾਦ ਕਾਰਨ ਕੋਟ ਦਿਵਸ ਦੁੱਖ ਪਾਵੈ। ਆਓ ਅਗਲਾ ਸ਼ਬਦ ਹੈ, ਸ਼ਲੋਕ ਹੈ ਮਹੱਲੇ ਪੰਜਵੇਂ ਦਾ, ਸ਼ਲੋਕ ਮਹੱਲਾ ਪੰਜਵਾਂ। ਉਠੰਦਿਆਂ ਬਹੰਦਿਆਂ ਸਵੰਦਿਆਂ ਸੁਖ ਹੋਏ। ਉੱਠਦਿਆਂ ਵੀ, ਬਹਿੰਦਿਆਂ ਵੀ, ਸੌਂਦਿਆਂ ਵੀ ਸੁਖ ਹੁੰਦਾ ਹੈ। ਇੱਕ ਪਾਸੇ ਅਸੀਂ ਕਦੇ ਸੁੱਖ ਹੀ ਨਹੀਂ ਮਿਲੇਗਾ। ਇੱਕ ਪਾਸੇ ਉਹਨਾਂ ਜੀਵਾਂ ਬਾਰੇ ਦੱਸਦੇ ਨੇ ਜਿਨ੍ਹਾਂ ਨੂੰ ਉੱਠਦਿਆਂ ਵੀ, ਬਹਿੰਦਿਆਂ ਵੀ, ਸੌਂਦਿਆਂ ਵੀ ਸੁਖ ਹੈ। ਨਾਨਕ ਨਾਮ ਸਲਾਹਿਆ ਮਨ ਤਨ ਸੀਤਲ ਹੋਏ। ਜਿਹੜੇ ਨਾਮ ਦੀ ਸਿਫਤ ਸਲਾਹ ਕਰਦੇ ਨੇ ਉਹਨਾਂ ਦਾ ਮਨ ਵੀ ਸੀਤਲ, ਤਨ ਵੀ ਸੀਤਲ ਹੋ ਜਾਂਦਾ ਹੈ, ਤੇ ਉਹ ਉੱਠਦੇ, ਬਹਿੰਦੇ, ਸੌਂਦੇ ਸੁਖੀ ਰਹਿੰਦੇ ਨੇ, ਕਿਉਂਕਿ ਨਾਮ ਨੂੰ ਹੀ ਪ੍ਰਾਪਤ ਕਰ ਲਿਆ। ਜਿਸ ਕਾਰਜ ਵਾਸਤੇ ਆਏ ਸੀ ਉਹ ਕਾਰਜ ਹੀ ਜਦੋਂ ਪੂਰਾ ਹੋ ਗਿਆ, ਫਿਰ ਅਸੀਂ ਸੁਖੀ ਹੋਵਾਂਗੇ। ਦੁਖੀ ਕਿਉਂ ਹੋਵਾਂਗੇ? ਜਿਵੇਂ ਆਪਾਂ ਕੋਈ ਕਾਰਜ ਕਰਨਾ ਹੋਵੇ, ਜਦੋਂ ਕਾਰਜ ਸਾਡਾ ਹੋ ਜਾਂਦਾ ਹੈ, ਫਿਰ ਇਹ ਸਾਨੂੰ ਬੈਠਿਆਂ, ਉੱਠਦਿਆਂ, ਸੌਂਦਿਆਂ ਅਸੀਂ ਸੁਖੀ ਹੋ ਜਾਂਦੇ ਹਾਂ, ਕਿਉਂਕਿ ਸਾਡਾ ਕਾਰਜ ਪੂਰਾ ਹੋ ਗਿਆ। ਜਦ ਤੱਕ ਨਹੀਂ ਚਿੰਤਾ ਹੁੰਦੀ ਹੈ। ਇੱਦਾਂ ਹੀ ਜਦੋਂ ਪ੍ਰਭੂ ਨਾਲ ਮਿਲਾਪ ਹੋ ਗਿਆ, ਨਾਮ ਨੂੰ ਅਸੀਂ ਬੁੱਝ ਲਿਆ, ਨਾਮ ਦੇ ਵਿੱਚ ਮਨ ਸਮਾ ਗਿਆ, ਫਿਰ ਸਾਡਾ ਕਾਰਜ ਪੂਰਾ ਹੋ ਜਾਂਦਾ ਹੈ। ਫਿਰ ਅਸੀਂ ਉੱਠਦੇ, ਬਹਿੰਦੇ, ਸੌਂਦੇ ਸਦਾ ਸੁਖੀ ਹਾਂ। ਅੱਗੇ ਮਹੱਲਾ ਪੰਜਵਾਂ ਸ਼ਲੋਕ ਹੈ ਫਿਰ। ਲਾਲਚ ਅਟਿਆ ਨਿਤ ਫਿਰੈ ਸਵਾਰਥ ਕਰੇ ਨਾ ਕੋਈ। ਇੱਕ ਉਹ ਜੀਵ ਨੇ ਜਿਹੜੇ ਲਾਲਚ ਦੇ ਵਿੱਚ ਭੱਜੇ ਫਿਰਦੇ ਨੇ, ਪਰ ਸਵਾਰਥ ਉਹਨਾਂ ਦਾ ਪੂਰਾ ਨਹੀਂ ਹੁੰਦਾ, ਕਿਉਂਕਿ ਸੰਸਾਰਿਕ ਸਵਾਰਥ ਕਦੇ ਕਿਸੇ ਦਾ ਪੂਰਾ ਨਹੀਂ ਹੋਇਆ। ਮਨ ਦਾ ਜਿਹੜਾ ਸਵਾਰਥ ਹੈ ਉਹ ਹੈ ਨਾਮ। ਜਦੋਂ ਮਨ ਦਾ ਨਾਮ ਨੂੰ ਬੁੱਝ ਲਿਆ ਤੇ ਮਨ ਦਾ ਸਵਾਰਥ ਪੂਰਾ ਹੋ ਗਿਆ। ਪਰ ਜੇ ਨਾਮ ਨਾਲ ਨਹੀਂ ਜੁੜਿਆ, ਸੰਸਾਰ ਨਾਲ ਜੁੜਿਆ ਜੀਵ ਹੈ, ਲਾਲਚ ਦੇ ਵਿੱਚ ਫਸਿਆ, ਉਸ ਦਾ ਸਵਾਰਥ ਨਾ ਸੰਸਾਰੀ ਪੂਰਾ ਹੋਣਾ ਤੇ ਨਾ ਜਿਸ ਸਵਾਰਥ ਦੇ ਵਾਸਤੇ ਆਇਆ ਸੀ ਮਨੋਰਥ ਉਸ ਦਾ ਪੂਰਾ ਹੋਣਾ ਹੈ। ਜਿਸ ਗੁਰ ਭੇਟੈ ਨਾਨਕਾ ਤਿਸ ਮਨ ਵਸਿਆ ਸੋਏ। ਹਾਂ, ਜਿਸ ਨੂੰ ਗੁਰ ਦਾ ਮਿਲਾਪ ਹੋ ਜਾਵੇ, ਜਿਸ ਦਾ ਗੁਰ ਦੇ ਨਾਲ ਭੇਟ ਹੋ ਜਾਵੇ, ਉਹਨਾਂ ਦੇ ਮਨ ਦੇ ਵਿੱਚ ਫਿਰ ਪ੍ਰਭੂ ਵਸ ਜਾਂਦਾ, ਉਹਨਾਂ ਦਾ ਸਵਾਰਥ ਪੂਰਾ ਹੋ ਜਾਂਦਾ, ਉਹਨਾਂ ਦਾ ਮਨੋਰਥ ਪੂਰਾ ਹੋ ਜਾਂਦਾ ਹੈ। ਜਿਹੜੇ ਲਾਲਚ ਦੇ ਵਿੱਚ ਦੌੜੇ ਭੱਜੇ ਫਿਰਦੇ ਨੇ ਉਹਨਾਂ ਦਾ ਸਵਾਰਥ ਪੂਰਾ ਨਹੀਂ ਹੁੰਦਾ। ਪੌੜੀ ਹੈ ਅੱਗੇ। ਸਭੇ ਵਸਤੂ ਕੌੜੀਆਂ ਸੱਚੇ ਨੌ ਮਿੱਠਾ। ਹੁਣ ਪੌੜੀ ਦੇ ਵਿੱਚ ਸਮਝਾਉਂਦੇ ਨੇ ਕਿ ਸਾਰੀਆਂ ਵਸਤਾਂ ਹੀ ਕੌੜੀਆਂ ਨੇ ਮਨ ਦੇ ਵਾਸਤੇ। ਮਨ ਦੇ ਵਾਸਤੇ ਇੱਕ ਹੀ ਹੈ, ਨਾਮ ਹੀ ਸਾਰਾ ਕੁਛ ਹੈ। ਨਾਮ ਹੀ ਮਿੱਠਾ ਹੈ ਪ੍ਰਭੂ ਦਾ, ਉਸ ਤੋਂ ਬਿਨਾਂ ਮਨ ਵਾਸਤੇ ਸਭ ਕੁਛ ਕੌੜਾ ਹੈ, ਕਿਉਂਕਿ ਮਨ ਦੇ ਵਾਸਤੇ ਨਾਮ ਹੀ ਰੂਪ ਹੈ, ਨਾਮ ਹੀ ਰੰਗ ਹੈ, ਨਾਮ ਹੀ ਸੁਖ ਹੈ, ਨਾਮ ਹੀ
तन सारा कुछ नाम है। नाम तन, नाम रूप रंग, नामो सुख हर नाम का संग, नाम राजो जंत्र पताने, मंत्र नामै नाम समाने, उठत बैठत सोबत नाम, कहो नानक जन कै सदकाम। इस करके नाम ही मन दे वास्ते सारा कुछ है। नाम मिठा है। साध आया तिन हर जना, चक साधी डिठा। ये स्वाद ये मिठा किन्हां नूं आया? ये कोई मिठा जिमें आप रसना द्वारा मिठा खाते ये नहीं, ये मिठा है जिहड़ा मन नूं मिठा लगता है। जिमें आप कह देंगे हाँ, कई बार आप कहते तेरे बचन बड़े मिठे ने, सुन के वो आप खाते नहीं क्योंकि सानू प्यारे लगते ने, सोहने लगते ने, सानू पाउंदे ने। ऐदा ही जदों प्रभु सानू पाउणा शुरू हो जाता है, नाम सानू पाउंदा है, वो साडे मन वास्ते मिठा है। ते जिन्हां ने साधां दा संग करके ये बचनां नूं सुनिया, ते जिन्हां सुन के मन के कमा के देख लिया, उन्हां नूं ये स्वाद आउंदा है। स्वाद आया, साध आया तिन हर जना, चख साधी डिठा। जिन्हां साधु जिन्हां संग करके चख के देखिया, उन्हां नूं ये स्वाद आया। पार ब्रह्म जिस लिखिया, मन तिस सब उठा। पार ब्रह्म जिस दे मस्तक ते लिख देंदा है, फिर उसे दे मन दे विच वो वसदा है। क्योंकि आप पार ब्रह्म साधन दी रसना ते आप बोलता है, आप ज्ञान देंदा है, आप अपना वचन देंदा है। प्रभ जी बसै साध की रसना, पार ब्रह्म साध रिद वसै, नानक उदरै साध सुन रसै। एक निरंजन रब रहा, पौदू कुठा। हुण फिर जदों ये स्वाद आ जाता है, आप प्रभु ज्ञान देंदा है, फिर सानू सोझी हो जाती कि सारे पासे आप ही रब रहा है, दूजा है ही कोई नहीं इत्थे। ते जो साडे अंदर दूजा पाव सी, भरम सी, वो खत्म हो जाता है। फिर सारे प्रभु ही नजर आउंदा है। हर नानक मंगै जोड़ कर, प्रभ दे बैठ उठा। ते सतगुर समझाउंदे ने भी जेड़े जीव उस प्रभु तो मंगते ने, जिमें संसार दे विच आपां किवें मंगदे हाँ, हथ जोड़ के, लेकिन इत्थे असीं दोनां जोतां नूं जोड़ना, एक हो के इस पॉइंट ते मंगदे हाँ। जेड़े मंगदे ने उन्हां नूं प्रभु खुश होके देंदा है। अगला श्लोक महला पंजवां, महले पंजवे दा श्लोक है। जाचड़ी सासार जो जचंदी हेकड़ो। भी जाच जेड़ा जाचना लोचना, उन्हां नूं जचांदी सार है जेड़ी एक प्रभु नूं ही जाचदे ने। जो जचंदी हेकड़ो, एक प्रभु नूं जो जाचदे ने, उन्हां नूं ही पता है कि किहड़ी जाचना साडी भली है। वो सानू दसदे ने किवें जाचना करनी है, प्रभु दे अगे किवें जाना है, किवें उस दर ते बैठना है, किवें मन दे विच इच्छा रखनी है प्रभु दे दर्शनां दी। उस दसदे ने सानू जिन्हां आप उसनूं जाचिया, आप उसनूं पाया है। गल नहीं बिया बेकार, नानक तनी भी होनिया। प्रभु तो बिना होर असी गल्लां करदे हाँ, जां प्रभु नूं पाउण तो बिना असी उस दियां गल्लां करिए, वो गल्लां व्यर्थ ने। क्योंकि पहला असी उस दे जाचक बनते हाँ एक दे, फिर वो प्रगट होंदा है, फिर जदों उसकी विचार करते हाँ, फिर ही वो विचार जिहड़ी है साडी थां पैंदी है। जब तक असी उसनूं जाचे ही नहीं, जाने ही नहीं, तो होर ही गल्लां करते हाँ, तो वो गल्लां जिहड़ियां दूजियां बेकार ने। क्योंकि प्रभु तो बिना दूजा जो है वो कोई धनी नहीं है। धनी है तो परमेश्वर है।
ਅੱਗੇ ਫਿਰ ਮਹੱਲੇ ਪੰਜਵੇਂ ਦਾ ਸ਼ਲੋਕ ਹੈ। ਨੇਹ ਜੇ ਵਿਦਾ ਮਨ ਪਛਾਣੂ ਵਿਰਲੋ ਥੀਓ। ਵੀ ਉਸ ਪ੍ਰਭੂ ਜੀ ਨੇ ਆਪਣੇ ਮਨ ਨੂੰ ਉਸ ਦੇ ਵਿੱਚ ਵੇਦਿਆ ਹੈ, ਜਿਨ੍ਹਾਂ ਨੇ ਪਹਿਚਾਣਿਆ ਹੈ ਆਪਣੇ ਮਨ ਨੂੰ, ਤੇ ਫਿਰ ਪ੍ਰਭੂ ਦੀ ਪਹਿਚਾਣ ਹੁੰਦੀ ਹੈ। ਉਹ ਕੋਈ ਵਿਰਲੇ ਵਿਰਲੇ ਨੇ। ਨੇ ਜੇ ਵਿਦਾ ਮਨ ਪਛਾਣੂ ਵਿਰਲੋ ਥੀਓ। ਉਹ ਵਿਰਲਾ ਹੈ ਜਿਸ ਨੇ ਪਿਆਰ ਪਾਇਆ, ਗੁਰਸ਼ਬਦ ਦੇ ਨਾਲ ਮਨ ਦੀ ਪਹਿਚਾਣ ਕੀਤੀ, ਪ੍ਰਭੂ ਦੀ ਪਹਿਚਾਣ ਕੀਤੀ। ਕਿਉਂਕਿ ਵਿਰਲੇ ਜੀਵ ਨੇ ਜਿਹੜੇ ਇਸ ਨੂੰ ਪਹਿਚਾਣਦੇ ਨੇ। ਉਹ ਕਿਉਂ ਪਹਿਚਾਣ ਲੈਂਦੇ ਨੇ ਵਿਰਲੇ? ਕਿ ਉਹ ਆਪ ਪਹਿਚਾਣ ਲੈਂਦੇ ਨਹੀਂ, ਪ੍ਰਭੂ ਦੀ ਦਇਆ ਨਾਲ। ਜੇ ਪ੍ਰਭੂ ਨੂੰ ਪਾਉਂਦਾ ਹੈ, ਉਹ ਗਿਆਨ ਵੀ ਦਿੰਦਾ ਹੈ, ਉਸ ਨੂੰ ਮਨਾ ਵੀ ਲੈਂਦਾ ਹੈ ਤੇ ਉਸ ਨੂੰ ਘੁਮਾ ਵੀ ਲੈਂਦਾ ਹੈ, ਆਪਣੇ ਭਾਣੇ ਦੇ ਵਿੱਚ ਚਲਾ ਲੈਂਦਾ ਹੈ। ਕਿਉਂਕਿ ਭਾਣਾ ਉਸੇ ਨੂੰ ਜਿਹਨੂੰ ਆਪ ਪ੍ਰਭੂ ਚਾਹੁੰਦਾ ਹੈ ਆਪਣਾ ਭਾਣਾ ਮਨਾ ਲੈਂਦਾ ਹੈ। ਜੋੜਨਹਾਰਾ ਸੰਤ ਨਾਨਕ ਪਾਦਰ ਪਦਰੋ। ਤੇ ਜੋੜਨਹਾਰਾ ਜਿਹੜਾ ਸੰਤ ਹੈ, ਕਿਉਂਕਿ ਕੋਈ ਵਿਰਲਾ ਜਿਹਨੇ ਪਾ ਲਿਆ ਉਹ ਦੂਜੇ ਨੂੰ ਜੋੜੇਗਾ, ਤੇ ਉਹ ਸਿੱਧੇ ਰਸਤੇ ਤੇ ਸਾਨੂੰ ਚਲਾਉਂਦਾ ਹੈ। ਕਿਉਂਕਿ ਸਾਹਮਣੇ ਮਾਲਕ ਹੈ, ਉਸ ਦਾ ਫਿਰ ਸਾਨੂੰ ਗਿਆਨ ਦਿੰਦਾ ਹੈ। ਜਿਨ੍ਹਾਂ ਨੇ ਪਿਆਰ ਪਾ ਕੇ ਮਨ ਦੇ ਵਿੱਚ ਆਪਣੇ ਆਪ ਨੂੰ ਪਹਿਚਾਣਿਆ ਤੇ ਪ੍ਰਭੂ ਨੂੰ ਪਹਿਚਾਣ ਲਿਆ। ਕਿਉਂਕਿ ਜਦੋਂ ਆਪੇ ਦੀ ਪਹਿਚਾਣ ਹੋ ਗਈ, ਜੋ ਵਿਰਲੇ ਵਿਰਲੇ ਨੇ ਮਹਾਰਾਜ ਸਮਝਾਉਂਦੇ ਨੇ, ਮਨ ਮਾਨਕ ਜਿਨ ਪਰਖਿਆ ਕਲਯੁਗ ਵਿੱਚ ਗੁਰ ਸ਼ਬਦੀ ਵਿਚਾਰ, ਨਾਨਕ ਵਿਰਲੇ ਜਾਣੀਐ ਕਲਯੁਗ ਵਿੱਚ ਸੰਸਾਰ। ਜਿਨ੍ਹਾਂ ਨੇ ਆਪਣੇ ਮਨ ਨੂੰ ਪਹਿਚਾਣਿਆ, ਵਿਰਲੇ ਨੇ, ਤੇ ਉਹ ਫਿਰ ਸਾਨੂੰ ਦੱਸਦੇ ਨੇ। ਉਹ ਜੋੜਨਹਾਰੇ ਬਣ ਜਾਂਦੇ ਨੇ, ਪ੍ਰਭੂ ਡਿਊਟੀ ਲਾਉਂਦਾ ਹੈ ਤੇ ਉਹ ਫਿਰ ਸਾਨੂੰ ਸਿੱਧੇ ਮਾਰਗ ਤੇ ਚਲਾਉਂਦੇ ਨੇ। ਕਿਉਂਕਿ ਆਪ ਉਸ ਪਾਦਰ ਤੇ ਰਸਤੇ ਤੇ ਚੱਲਦੇ ਨੇ, ਦੂਜਿਆਂ ਨੂੰ ਉਸ ਰਸਤੇ ਤੇ ਚਲਾਉਂਦੇ ਨੇ। ਅੱਗੇ ਪੌੜੀ ਹੈ, ਪੌੜੀ ਦੇ ਵਿੱਚ ਸਮਝਾਉਂਦੇ ਨੇ, ਸੋਈ ਸੇਵਿਓ ਜੀੜੇ ਦਾਤਾ ਬਖਸ਼ਿੰਦ। ਕਹਿੰਦੇ ਉਸੇ ਦੀ ਸੇਵਾ ਕਰਦੇ ਨੇ ਜਿਹੜਾ ਦਾਤਾ ਹੈ ਤੇ ਬਖਸ਼ਿੰਦ ਵੀ ਹੈ। ਜੇ ਅਸੀਂ ਕੀਤੇ ਮਾੜੇ ਕਰਮ, ਫਿਰ ਵੀ ਅਸੀਂ ਉਸ ਦੀ ਸ਼ਰਨ ਵੀ ਜਾਂਦੇ ਹਾਂ, ਸਾਨੂੰ ਬਖਸ਼ ਦਿੰਦਾ ਹੈ। ਕਰੋੜਾਂ ਪਾਪਾਂ ਨੂੰ ਵੀ ਬਖਸ਼ ਦਿੰਦਾ ਹੈ। ਐਡਾ ਵੱਡਾ ਦਿਆਲੂ ਜਿਹੜਾ ਹੈ ਮਾਲਕ, ਕਿ ਅਸੀਂ ਕਿੱਡੇ ਪਾਪ ਕੀਤੇ ਹੋਣ। ਮਹਾਰਾਜ ਸਮਝਾਉਂਦੇ ਨੇ, ਕੋਰ ਦੁਖੰ ਅਨੇਕ ਹਤੰ ਜਨਮ ਦਰਿੰਦੰ ਮਹਾਬਿਖਾਦੰ ਮਿਟੰਤ ਸਗਲ ਸਿਮਰੰਤ ਹਰ ਨਾਮ। ਨਾਨਕ ਜੈਸੇ ਪਾਪ ਕਾਸ਼ਟ ਭਸਮ ਕਰੋਤ। ਜਿਸ ਤਰ੍ਹਾਂ ਅੱਗ ਲੱਕੜਾਂ ਨੂੰ ਸੁਆਹ ਕਰ ਦਿੰਦੀ ਹੈ, ਕਰੋੜਾਂ ਪਾਪਾਂ ਦਾ ਨਾਸ਼ ਕਰ ਦਿੰਦਾ ਹੈ ਨਾਮ। ਕਿਉਂਕਿ ਨਾਮ ਏਡੀ ਪਾਵਰ ਹੈ, ਹਰ ਕਾ ਨਾਮ ਕੋਟ ਪਾਪ ਪਰ ਹਰੈ। ਕਰੋੜਾਂ ਪਾਪਾਂ ਨੂੰ ਨਾਸ਼ ਕਰ ਦਿੰਦਾ ਹੈ, ਬਖਸ਼ਿੰਦਾ ਹੈ, ਪ੍ਰਭੂ ਬਖਸ਼ ਦਿੰਦਾ ਹੈ। ਇਸ ਕਰਕੇ ਉਸੇ ਦੀ ਸੇਵਾ ਕਰੀਏ। ਕਿਲ ਬਿਖ ਸਭ ਵਿਨਾਸ਼ ਹੋਣ ਸਿਮਰਤ ਗੋਬਿੰਦ। ਉਸ ਦੇ ਸਿਮਰਨ ਦੇ ਨਾਲ, ਗੋਬਿੰਦ ਨੂੰ ਸਿਮਰਨ ਦੇ ਨਾਲ ਕੀ ਹੋਏਗਾ? ਮਨ ਦੀ ਜਿਹੜੀ ਕਿਲ ਬਿਖ ਹੈ, ਪਾਪਾਂ ਦੀ ਮਹਿਲ ਲੱਗੀ, ਉਹ ਸਾਰੀ ਖਤਮ ਹੋ ਜਾਏਗੀ। ਹਰ ਮਾਰਗ ਸਾਧੂ ਦੱਸਿਆ ਜਪੀਐ ਗੁਰਮੰਤ। ਸਾਧੂ ਹਰੀ ਦਾ ਮਾਰਗ ਦੱਸਦੇ ਨੇ, ਉਸੇ ਮਾਰਗ ਨੂੰ, ਉਸੇ ਭੇਤ ਨੂੰ ਗੁਰਮੰਤ ਵੀ ਕਹਿੰਦੇ ਹਾਂ। ਗੁਰ ਦਾ ਮੰਤਰ ਮਨ ਦੇ ਵਾਸਤੇ ਸਾਧੂ ਜਨ ਉਹ ਸਾਨੂੰ ਗੁਰਮੰਤਰ ਕਿਹੜਾ ਦਿੰਦੇ ਨੇ ਕਿ ਇਸ ਰਸਤੇ ਤੇ ਆਪਾਂ ਚੱਲਣਾ ਹੈ, ਇਸ ਪੁਆਇੰਟ ਤੇ ਆਉਣਾ ਹੈ। ਪਹਿਲਾਂ ਜਿਵੇਂ ਆਪਾਂ ਹੁਣ ਅੱਗੇ ਕਰਾਂਗੇ ਕਿ ਕਿਵੇਂ ਆਪਣੇ ਮਨ ਨੂੰ ਪਹਿਲਾਂ ਕਿਸ ਪੁਆਇੰਟ ਤੇ ਦਰ ਤੇ ਲੈ ਕੇ ਆਉਣਾ ਹੈ, ਫਿਰ ਆਪਾਂ ਅੰਤਰਗਤ ਪ੍ਰਵੇਸ਼ ਕਰਨਾ ਹੈ, ਫਿਰ ਸਾਹਮਣੇ ਜਾਂਦੇ ਹਾਂ ਮਸਤਕ ਦੇ ਸਾਹਮਣੇ। ਇਹ ਮਾਰਗ ਜਿਹੜਾ ਹੈ, ਇਸੇ ਨੂੰ ਗੁਰਮੰਤ ਕਹਿ ਦਿੱਤਾ ਹੈ। ਤੇ ਆਏ ਨਾਨਕ ਪਰਮੇਸ਼ਰ ਜਿਨ ਦਿੱਤੀ ਜਿੰਦ। ਤੇ ਫਿਰ ਅਸੀਂ ਗੁਰ ਦਾ ਮੰਤ ਲੈ ਕੇ ਸਾਧੂ ਦਾ ਦੱਸੇ ਮਾਰਗ ਤੇ ਜਦੋਂ ਚੱਲਦੇ ਹਾਂ, ਫਿਰ ਅਸੀਂ ਧਿਆਨ ਮਾਰਗ ਰਹਿ ਜਾਂਦਾ ਹੈ। ਫਿਰ ਅਸੀਂ ਉਸ ਨੂੰ ਧਿਆਉਂਦੇ ਹਾਂ, ਪਰਮੇਸ਼ਰ ਨੂੰ, ਜਿਹਨੇ ਸਾਨੂੰ ਇਹ ਜੀਵਨ ਦਿੱਤਾ ਹੈ,
जिन्हें साडे शरीर नूं पैदा करके इस दे विच अपनी जोत रखी है, जिहड़ा श्वास दे के सानू पाल रहा है, उसकी सेवा करनी है। जिन्हों महाराज समझाउंदे ने, थापिया ना जाए कीता ना होए, आपे आप निरंजन सोए, जिन सेव्या तिन पाया मान, नानक गाविया गुणी निधान। सेवा किसकी करनी है? जो खुद पैदा होया है, जिसने जो सानू पाल रहा है, उसकी सेवा आप करनी है। सतगुरु समझाउंदे ने तीजे पातशाह जी, हर की तुम सेवा करो, दूजी सेवा करो ना कोई जी। हर की सेवा ते मनो चिंदिया फल पाई है, दूजी सेवा जन्म बिरथा जाए जी। इस करके सिर्फ हरि की सेवा, हरि की सेवा हुंदी किवें है? दर्शनां दी, देख देख के त्याग के, क्योंकि ध्यान दे विच है। सो आओ हुण आपां नाल नाल अभ्यास करिए, तां कि जो सानू दस्या है, समझाया है, उसनूं आपां कमाइए, सुनिए, मन्निए, कमाइए, फिर आपां निहाल हो सकते हैं। क्योंकि जो खजाना है, गुरबाणी जिहड़ी है, ये भगती का भंडार है। ये लाल ने, हीरे मोती ने, जिन्हां दी कोई कीमत नहीं, जो अमुल ने। लेकिन असीं इसनूं गावांगे, सुनांगे ते कमावांगे, फिर ही निहाल हो सकते हैं। सतगुरु समझाउंदे ने, भगत भंडार गुरबाणी लाल, गावत सुनत कमावत निहाल। सो गुरमुख प्यारिओ, किवें करना है? ध्यान दा मार्ग जिहड़ा है वो आपां समझना है। जदों असीं ध्याना सिख लिया, फिर असीं प्रवान हो जाते हाँ, असीं परम पद नूं पा लेंदे हाँ। महाराज समझाउंदे ने, जो प्राणी गोबिंद त्यावै, पढ़िया अनपढ़िया परमगत पावै। चाहे कोई पढ़िया होया है, चाहे अनपढ़ है, क्योंकि जिन्हें ध्याना सिख लिया वो परमगत पालेगा। जिन्हों ध्याना नहीं आया, चाहे जिन्ना मर्जी पढ़ी जाए, चाहे पढ़ पढ़ के गड्डी लद लवे। महाराज समझाउंदे ने, पढ़ पढ़ गड्डी लदी है, पढ़ पढ़ परी है साथ, पढ़ पढ़ बेड़ी पाई है, पढ़ पढ़ गड्डी है साथ, पढ़िया जेते वर्ष वर्ष, पढ़िया जेते मास, पढ़िया जेती आरजा, पढ़िया जेते सास, नानक लेखे एक गल और हाँ मैं चखना चख। क्योंकि लेखे है ध्याना। जिन्हें गोबिंद नूं ध्यान सिख लिया, जो ध्यान लग गए, वो फिर पढ़न ना पढ़न कोई फर्क नहीं है, परमगत नूं प्राप्त होंदे ने। सो आओ, किवें ध्याना है? जेकर कोई नवा जीव है, क्योंकि ज़्यादातर अपनी संगत हर रोज़ ध्यान वाली है, पर हो सकता कोई नवा जीव होवे, सुनदा होवे। आपां दोनां नेत्रां नूं, क्योंकि दो नेत्रां दे विच जोत है, नेत्रो मेरेओ हर तो मैं जोत तरी, हर बिना बना देखो कोई। दो नेत्र ने, दोनां च जोत है, दोनां नूं इस पॉइंट ते आपां एक कर लेना है। कह देने आपां नेत्र सम करने, दृष्टि नूं इत्थे फोकस कर लेना है। ते इत्थे आपां अपने आप नूं परख सकते हाँ कि साडी की अवस्था है। असीं एक दृष्ट हाँ कि असीं दो दृष्टि दे विच हाँ, असीं रजोगुणी हाँ, असीं तमोगुणी हाँ, असीं सतोगुणी हाँ, असीं देवलोक दे वासी हाँ, एक दृष्ट देवलोक है। ते जां असीं मुख उजल है, जिन्हां दा प्रकाश हो गया है, वो दरगाह दे वासी ने। ये आपां परख सकते हाँ। सो इत्थे जदों आपां दृष्टि फोकस करांगे, फोकस करके देखांगे, जेकर नक दिसदा है, फिर दो दृष्टि दे विच मन है। जे नक नहीं नजर आउंदा, फिर एक दृष्ट हाँ। जेकर जिन्हां नूं अपना नक प्रकाश नजर आउंदा है, शीशे की तरह, हीरे तरह चमकदा है, वो दरगाह दे वासी ने, उन्हां दी जोत प्रगट है।
ਤੇ ਜਿਨ੍ਹਾਂ ਨੂੰ ਨੱਕ ਨਜ਼ਰ ਆਉਂਦਾ ਹੈ ਫਿਰ ਉਹਨਾਂ ਦੇਖਣਾ ਹੈ। ਜੇ ਖੱਬੇ ਪਾਸੇ ਨਜ਼ਰ ਆਉਂਦਾ ਹੈ ਫਿਰ ਰਜੋਗੁਣੀ ਹਾਂ, ਜੇ ਸੱਜੇ ਨਜ਼ਰ ਆਉਂਦਾ ਹੈ ਤਮੋਗੁਣੀ ਹਾਂ, ਜੇ ਦਵੱਲੇ ਤੋਂ ਨਜ਼ਰ ਆਉਂਦਾ ਹੈ ਫਿਰ ਸਤੋਗੁਣੀ ਹਾਂ। ਜੇ ਨਜ਼ਰ ਨਹੀਂ ਆਉਂਦਾ ਫਿਰ ਇੱਕ ਦ੍ਰਿਸ਼ਟ ਹਾਂ। ਜਿਨ੍ਹਾਂ ਦਾ ਮੁੱਖ ਪ੍ਰਕਾਸ਼ ਨਜ਼ਰ ਆਉਂਦਾ ਹੈ, ਨੱਕ ਸ਼ੀਸ਼ੇ ਦੀ ਤਰ੍ਹਾਂ ਟਰਾਂਸਪੇਰੈਂਟ ਨਜ਼ਰ ਆਉਂਦਾ ਹੈ, ਉਹ ਸਮਝ ਲਓ ਦਰਗਾਹ ਦੇ ਵਾਸੀ ਨੇ। ਇਸ ਤਰੀਕੇ ਨਾਲ ਆਪਾਂ ਆਪਣੇ ਆਪ ਨੂੰ ਪਰਖ ਸਕਦੇ ਹਾਂ। ਤੇ ਉਸ ਤੋਂ ਬਾਅਦ ਜੇ ਕੋਈ ਨਵਾਂ ਜੀਵ, ਉਸ ਦੇ ਸਮਝਣਾ ਜ਼ਰੂਰੀ ਹੈ ਕਿ ਇੰਨਾ ਜਦੋਂ ਅਸੀਂ ਇਸ ਪੁਆਇੰਟ 'ਤੇ ਦ੍ਰਿਸ਼ਟੀ ਫੋਕਸ ਕਰਕੇ ਆਪਣੇ ਆਪ ਨੂੰ ਦੇਖ ਕੇ ਪਰਖਾਂਗੇ, ਉਸ ਤੋਂ ਬਾਅਦ ਫਿਰ ਆਵਾਜ਼ ਦੇਵਾਂਗੇ ਕਿ ਧਿਆਨ ਸਾਹਮਣੇ ਲੈ ਕੇ ਆਓ। ਪਹਿਲਾਂ ਇਸ ਪੁਆਇੰਟ 'ਤੇ ਆਪਣੇ ਆਪ ਨੂੰ ਪਰਖਣਾ ਹੈ, ਦੇਖਣਾ ਹੈ। ਇੱਥੋਂ ਆਵਾਜ਼ ਦੇਵਾਂਗੇ ਕਿ ਧਿਆਨ ਸਾਹਮਣੇ ਲੈ ਕੇ ਆਓ, ਫਿਰ ਆਪਾਂ ਸਾਹਮਣੇ ਦੇਖਣਾ ਹੈ। ਇਹ ਮਾਰਗ ਹੈ ਜਿਹੜਾ ਪ੍ਰਭੂ ਨੂੰ ਮਿਲਣ ਦਾ। ਫਿਰ ਆਵਾਜ਼ ਦੇਵਾਂਗੇ ਕਿ ਧਿਆਨ ਮਸਤਕ ਦੇ ਸਾਹਮਣੇ ਲੈ ਜਾਓ, ਪਲਕਾਂ ਉੱਤੇ ਚੁੱਕ ਦਿਓ। ਫਿਰ ਜਦੋਂ ਕਵਾਂਗੇ ਸਾਹਮਣੇ, ਫਿਰ ਸਾਹਮਣੇ, ਫਿਰ ਜਦੋਂ ਕਵਾਂਗੇ ਸਮ ਕਰਕੇ ਦੇਖੋ, ਫਿਰ ਇਸ ਪੁਆਇੰਟ 'ਤੇ ਦ੍ਰਿਸ਼ਟੀ ਫੋਕਸ ਕਰਕੇ ਫਿਰ ਆਪਾਂ ਦੇਖਣਾ ਹੈ। ਜੋ ਕੋਈ ਨਵਾਂ ਜੀਵ, ਉਸਨੇ ਦੇਖਣਾ ਹੈ ਕਿ ਇੱਕ ਦ੍ਰਿਸ਼ਟ ਹੋ ਗਏ। ਜੇ ਕੋਈ ਦੋ ਦ੍ਰਿਸ਼ਟ ਸੀ ਤੇ ਦੂਜੇ ਨੇ ਆਪਣੇ ਪ੍ਰਕਾਸ਼ ਰੂਪ ਨੂੰ ਦੇਖਣਾ ਹੈ। ਸੋ ਆਓ ਨੇਤਰ ਸਮ ਕਰਕੇ ਦੇਖੀਏ, ਦ੍ਰਿਸ਼ਟੀ ਫੋਕਸ ਕਰਕੇ ਆਪਣੇ ਆਪ ਨੂੰ ਪਰਖੀਏ ਥੋੜਾ। सामने लेके आइए, ध्यान सामने देखिए। मस्तक दे सामने लै जाओ, पलका उत्ते चुक दो। फिर सामने लेके आइए, फिर सामने देखिए। फिर सम करके देखिए, दृष्टि फोकस करके अपने आप को देखें। जे कोई नवा जीव जे नक दिसता सी, उसने देखना कि एक दृष्ट हो गया, नक नजर नहीं आएगा। इस पासे हल्का हल्का एक परछाई जी तरह नजर आ सकता है, क्योंकि इस नेत्र ने इधर आना है, इत्थे आ जाना है सामने।
ਧਿਆਨ ਨੀਚੇ ਲੈ ਕੇ ਜਾਓ। ਬਿਲਕੁਲ ਰਿਲੈਕਸ ਨੀਚੇ ਦੇਖਣਾ ਹੈ। ਜਿੱਥੇ ਵੀ ਆਪਾਂ ਬੈਠੇ, ਜੋ ਥੱਲੇ ਫਰਸ਼ ਹੈ, ਚਾਦਰ ਵਿਛੀ ਹੈ, ਜੋ ਵੀ ਹੈ, ਬੈੱਡ ਤੇ ਬੈਠੇ ਹੋ, ਚਾਦਰ ਹੈ, ਉਸ ਤੋਂ ਥੋੜਾ ਉੱਪਰ ਬਿਲਕੁਲ ਰਿਲੈਕਸ ਹੋ ਕੇ ਦੇਖਣਾ ਹੈ। ਨਿਰਾਕਾਰ 'ਚ ਧਿਆਨ ਲਾਉਣਾ ਹੈ। ਇੱਥੇ ਸਾਨੂੰ ਪ੍ਰਕਾਸ਼ ਅਨੁਭਵ ਹੋਣਾ ਸ਼ੁਰੂ ਹੋਏਗਾ। ਇੱਥੇ ਸਾਨੂੰ ਜਲ ਦੀਆਂ ਤਰੰਗਾਂ ਦੀ ਤਰ੍ਹਾਂ ਇੱਕ ਹਲਚਲ ਅਨੁਭਵ ਹੋਏਗੀ ਪ੍ਰਕਾਸ਼ ਦੀ। और फिर सम करके देखिए अपने आप को। फिर नीचे ले जाओ ध्यान।
सामने लेके आइए ध्यान। मस्तक दे सामने लै जाओ, पलकां उत्ते चुक दो। फिर सामने लेके आइए ध्यान। नीचे लै जाओ ध्यान।
ਸਮ ਕਰਕੇ ਦੇਖੇ ਆਪਣੇ ਆਪ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੁਰਮੁਖ ਪਿਆਰਿਓ, ਇਸ ਤਰੀਕੇ ਦੇ ਨਾਲ ਆਪਾਂ ਧਿਆਉਣਾ ਹੈ। ਇਹ ਮਾਰਗ ਹੈ ਪ੍ਰਭੂ ਨੂੰ ਮਿਲਣ ਦਾ। ਇੱਥੋਂ ਦਰ ਸ਼ੁਰੂ ਹੋ ਜਾਂਦਾ ਹੈ ਮਾਰਗ ਦਾ। ਇੱਥੇ 9 ਦਰ ਖਤਮ ਹੁੰਦੇ ਨੇ, 10ਵਾਂ ਸ਼ੁਰੂ ਹੋ ਜਾਂਦਾ ਹੈ। ਇਸ ਮਾਰਗ 'ਤੇ ਚੱਲਾਂਗੇ, ਅਭਿਆਸ ਕਰਾਂਗੇ, ਵਿਸ਼ਵਾਸ ਕਰਾਂਗੇ ਤੇ ਪ੍ਰਗਟ ਹੋ ਜਾਏਗਾ, ਦਰਸ਼ਨ ਹੋਣਗੇ। ਤਿਆਉਂਦੇ ਤਿਆਉਂਦੇ ਉਹਦਾ ਰੂਪ ਹੋ ਜਾਵਾਂਗੇ, ਜਿਵੇਂ ਭਗਤ ਇੱਕ ਰੂਪ ਹੋ ਗਏ ਸੀ ਪਰਮੇਸ਼ਰ ਦੇ ਨਾਲ। ਸੋ ਇੰਨੇ ਕੁ ਵਿਚਾਰ ਕਰਦੇ ਹਾਂ। ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ। ਆਪ ਸੰਗਤ ਸਤਿਗੁਰੂ ਜੀ ਬਖਸ਼ਣਯੋਗ ਹੋ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।